ਹੈਲੋ ਸਟੂਡੈਂਟਸ, ਸੋਸ਼ਲ ਸਾਇੰਸ PSEB YouTube ਚੈਨਲ ਤੇ ਮੈਂ ਹਰਜਿੰਦਰ ਸਿੰਘ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾਂ। ਇਸ ਚੈਨਲ ਤੇ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਸਮਾਜਿਕ ਸਿੱਖਿਆ ਵਿਸ਼ੇ ਲਈ ਵੀਡੀਓਜ਼ ਪੰਜਾਬੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ ਮਿਲਣਗੀਆਂ। ਸੋ ਸਾਰੇ ਬੱਚੇ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰੋ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਪ੍ਰਾਪਤ ਹੋ ਜਾਵੇ। ਨਾਲ ਹੀ ਵੀਡੀਓ ਨੂੰ ਲਾਈਕ ਅਤੇ ਦੂਜੇ ਬੱਚਿਆਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸਟੂਡੈਂਟਸ ਇਸ ਦਾ ਫਾਇਦਾ ਲੈ ਸਕਣ। ਆਓ ਸ਼ੁਰੂਆਤ ਕਰਦੇ ਹਾਂ 6th ਕਲਾਸ ਦੇ ਫਸਟ ਲੈਸਨ ਦੀ ਇੰਗਲਿਸ਼ ਮੀਡੀਅਮ ਦੇ ਵਿੱਚ। ਇਸ ਦਾ ਪੰਜਾਬੀ ਮੀਡੀਅਮ ਦੇ ਵਿੱਚ ਚੈਪਟਰ ਜੋ ਮੈਂ ਆਲਰੇਡੀ ਉਸ ਦੇ 3 ਪਾਰਟ ਚੈਨਲ 'ਤੇ ਅਪਲੋਡ ਕਰ ਚੁੱਕਿਆ, ਤਾਂ ਪੰਜਾਬੀ ਮੀਡੀਅਮ ਵਾਲੇ ਸਟੂਡੈਂਟਸ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਤਿੰਨੋਂ ਵੀਡੀਓਜ਼ ਦੇ ਚੰਗੀ ਤਰ੍ਹਾਂ ਦੇਖ ਲੈਣ। ਤਾਂ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਇੰਗਲਿਸ਼ ਮੀਡੀਅਮ ਦੇ ਵਿੱਚ ਫਸਟ ਲੈਸਨ ਦੀ 6th ਕਲਾਸ ਦੇ। ਹਾਂਜੀ, ਫਸਟ ਲੈਸਨ ਆਪਣਾ ਅਰਥ ਐਜ਼ ਅ ਮੈਂਬਰ ਆਫ ਸੋਲਰ ਸਿਸਟਮ। ਪ੍ਰਿਥਵੀ ਸੂਰਜ ਪਰਿਵਾਰ ਦਾ ਮੈਂਬਰ ਜਾਂ ਪ੍ਰਿਥਵੀ ਸੂਰਜ ਪਰਿਵਾਰ ਦਾ ਇੱਕ ਅੰਗ। ਹਾਂਜੀ, ਸਾਰੇ ਬੱਚਿਆਂ ਨੇ ਪੂਰਾ ਧਿਆਨ ਦੇ ਨਾਲ ਲੈਸਨ ਨੂੰ ਸਮਝਣਾ ਹੈ। ਵੈਨ ਯੂ ਲੁੱਕ ਐਟ ਕਲੀਅਰ ਸਕਾਈ ਐਟ ਨਾਈਟ ਯੂ ਵਿਲ ਓਬਜ਼ਰਵ ਦਾ ਸ਼ਾਈਨਿੰਗ ਮੂਨ। ਜਦੋਂ ਤੁਸੀਂ ਸਾਫ਼ ਅਸਮਾਨ ਦੇ ਵਿੱਚ ਰਾਤ ਨੂੰ ਝਾਤੀ ਮਾਰ ਕੇ ਦੇਖਦੇ ਹੋਗੇ, ਨੀਚ ਲਾ ਕੇ ਦੇਖਦੇ ਹੋ, ਤਾਂ ਸਾਨੂੰ ਕੀ ਦਿਖਾਈ ਦਿੰਦਾ ਉੱਥੇ? ਸ਼ਾਈਨਿੰਗ ਮੂਨ, ਚਮਕਦਾ ਹੋਇਆ ਚੰਨ ਦਿਖਾਈ ਦਿੰਦਾ ਸਾਨੂੰ। ਸਮਾਲ ਐਂਡ ਬਿਗ ਸਾਈਜ਼ਡ ਸਟਾਰਸ, ਨਿੱਕੇ ਅਤੇ ਵੱਡੇ ਤਾਰੇ ਸਾਨੂੰ ਚਮਕਦੇ ਹੋਏ ਦਿਖਾਈ ਦਿੰਦੇ ਨੇ। ਸਮ ਸਪਾਰਕਲਿੰਗ ਐਂਡ ਸ਼ਾਈਨਿੰਗ ਸਟਾਰਸ, ਕੁਝ ਜਿਹੜੇ ਤਾਰੇ ਨੇ ਸਾਨੂੰ ਕੀ ਕਰਦੇ ਨੇ? ਸਪਾਰਕਲਿੰਗ ਕਰਦੇ ਹੋਏ, ਟਿਮਟਿਮਾਉਂਦੇ ਹੋਏ ਨਜ਼ਰ ਆਉਂਦੇ ਨੇ, ਅਤੇ ਕੁਝ ਤਾਰੇ ਸਾਨੂੰ ਚਮਕਦੇ ਹੋਏ ਦਿਖਾਈ ਦਿੰਦੇ ਨੇ। ਲੁਕਿੰਗ ਐਟ ਦੈਮ ਕਲੋਜ਼ਲੀ ਯੂ ਵਿਲ ਫਾਈਂਡ ਦਾ ਮੂਨ ਐਂਡ ਸਮ ਸਟਾਰਸ ਮੂਵਿੰਗ। ਜਦੋਂ ਆਪਾਂ ਉਸ ਨੂੰ ਕਲੋਜ਼ਲੀ ਦੇਖਦੇ ਹਾਂ, ਧਿਆਨ ਦੇ ਨਾਲ ਦੇਖਦੇ ਹਾਂ, ਤਾਂ ਅਸੀਂ ਕੀ ਫਾਈਂਡ ਕਰਦੇ ਹਾਂ? ਮੂਨ ਐਂਡ ਸਮ ਸਟਾਰਸ ਮੂਵਿੰਗ। ਤਾਂ ਅਸੀਂ ਦੇਖਦੇ ਹਾਂ ਵੀ ਚੰਨ ਆ ਜੋ ਅਤੇ ਸਟਾਰਸ ਨੇ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੀ ਕਰ ਰਹੇ ਹੈ? ਮੂਵ ਕਰ ਰਹੇ ਹੈ। ਐਕਚੁਅਲ ਦੇ ਵਿੱਚ ਹੁੰਦਾ ਵੀ ਅਜਿਹਾ ਹੀ ਹੈ। ਯੂਨੀਵਰਸ ਦੇ ਵਿੱਚ ਕੋਈ ਵੀ ਚੀਜ਼ ਸਟੇਬਲ ਨਹੀਂ ਹੈ, ਚਾਹੇ ਉਹ ਵੱਡੇ ਵੱਡੇ ਸਟਾਰਸ ਨੇ, ਚਾਹੇ ਉਹ ਪਲੈਨਟਸ ਨੇ, ਚਾਹੇ ਉਹ ਸੈਟੇਲਾਈਟਸ ਨੇ। ਉਹ ਕੀ ਕਰ ਰਹੇ ਨੇਗੇ? ਚੱਕਰ ਲਗਾ ਰਹੇ ਹੈ ਯੂਨੀਵਰਸ ਦੇ ਵਿੱਚ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰ ਰਹੇ ਹੈ। ਕਿਵੇਂ? ਜਿਹੜੇ ਸਟਾਰਸ ਨੇ ਉਹ ਕਿਸ ਦਾ ਚੱਕਰ ਲਗਾ ਰਹੇ ਹੈ? ਆਪਣੀ ਆਪਣੀ ਗਲੈਕਸੀ ਦਾ ਚੱਕਰ ਲਗਾ ਰਹੇ ਹੈ ਜਿਸ ਵਿੱਚ ਉਹ ਮੌਜੂਦ ਨੇ। ਉਸ ਤੋਂ ਬਾਅਦ ਜਿਹੜੇ ਪਲੈਨਟਸ ਨੇ ਉਹ ਕਿਸ ਦਾ ਚੱਕਰ ਲਗਾ ਰਹੇ ਨੇ? ਸਟਾਰਸ ਦਾ ਲਗਾ ਰਹੇ ਹੈ। ਅਤੇ ਜਿਹੜੇ ਸੈਟੇਲਾਈਟਸ ਨੇ ਉਹ ਕਿਸ ਦਾ ਚੱਕਰ ਲਗਾ ਰਹੇ ਨੇ? ਉਹ ਪਲੈਨਟਸ ਦਾ ਚੱਕਰ ਲਗਾ ਰਹੇ ਹੈ। ਇਹ ਤੁਹਾਨੂੰ ਡਿਟੇਲ ਦੇ ਵਿੱਚ ਮੈਂ ਅੱਗੇ ਸਮਝਾਊਂਗਾ ਵੀ ਕਿਸ ਤਰ੍ਹਾਂ ਹੁੰਦਾ ਅਜਿਹਾ। ਫਿਰ ਸਿਮਿਲਰਲੀ ਵੈਨ ਐਸਟਰੋਨੌਟਸ ਓਬਜ਼ਰਵ ਦਾ ਅਰਥ ਫਰੋਮ ਦਾ ਸਪੇਸ ਇਟ ਆਲਸੋ ਅਪੀਅਰਸ ਗਲੋਇੰਗ। ਅਤੇ ਇਸੇ ਤਰ੍ਹਾਂ ਹੀ ਕੀ ਹੁੰਦਾ ਗਾ? ਜਦੋਂ ਐਸਟਰੋਨੌਟਸ ਦਾ ਮਤਲਬ ਹੁੰਦਾ ਗਾ ਪੁਲਾੜ ਵਿਗਿਆਨੀ, ਜਿਹੜੇ ਕਿ ਇਹਨਾਂ 'ਤੇ ਰਿਸਰਚ ਕਰਦੇ ਨੇ, ਪੁਲਾੜ 'ਤੇ ਰਿਸਰਚ ਕਰਦੇ ਆ, ਸਪੇਸ 'ਤੇ ਰਿਸਰਚ ਕਰਦੇ ਨੇ, ਚੰਨ ਤਾਰਿਆਂ ਬਾਰੇ ਜਾਣਕਾਰੀ ਇਕੱਠੀ ਕਰਦੇ ਨੇ, ਉਸਨੂੰ ਆਪਾਂ ਕੀ ਕਹਿੰਦੇ ਹਾਂ? ਐਸਟਰੋਨੌਟਸ ਕਹਿੰਦੇ ਹਾਂ। ਅਤੇ ਜਦੋਂ ਉਹਨਾਂ ਨੇ ਕੀ ਕੀਤਾ, ਆਕਾਸ਼ ਦੇ ਵਿੱਚੋਂ, ਸਪੇਸ ਦੇ ਵਿੱਚੋਂ ਪ੍ਰਿਥਵੀ ਨੂੰ ਦੇਖਿਆ, ਤਾਂ ਉਹਨਾਂ ਨੂੰ ਪ੍ਰਿਥਵੀ ਹੈ ਜਿਹੜੀ ਚਮਕਦੀ ਹੋਈ ਦਿਖਾਈ ਦਿੱਤੀ, ਗਲੋ ਕਰਦੀ ਹੋਈ ਦਿਖਾਈ ਦਿੱਤੀ। ਯੂ ਵਿਲ ਬੀ ਅਮੇਜ਼ਡ ਟੂ ਸੀ ਦੈਟ ਐਵਰੀ ਡੇ ਦਾ ਸਨ ਰਾਈਜ਼ਸ ਐਂਡ ਸੈਟਸ। ਤਾਂ ਤੁਸੀਂ ਇਹ ਦੇਖ ਕੇ ਹੈਰਾਨ ਹੁੰਦੇ ਹੋਵੋਗੇ ਰੋਜ਼ਾਨਾ ਵੀ ਜਿਹੜਾ ਸੂਰਜ ਹੈ ਉਹ ਸਵੇਰੇ ਚੜ੍ਹ ਜਾਂਦਾ ਅਤੇ ਸ਼ਾਮ ਨੂੰ ਛਿਪ ਜਾਂਦਾ। ਅਜਿਹਾ ਕਿਉਂ ਵਾਪਰਦਾ? ਸੋ ਮੈਨੀ ਕੁਐਸਚਨਸ ਅਰਾਈਜ਼ ਇਨ ਯੂਅਰ ਮਾਈਂਡ। ਅਜਿਹਾ ਕੁਛ ਦੇਖ ਕੇ, ਚਮਕਦੇ ਹੋਏ ਤਾਰੇ ਦੇਖ ਕੇ, ਮੂਨ ਦੇਖ ਕੇ, ਸੂਰਜ ਨੂੰ ਦੇਖ ਕੇ ਆਪਣੇ ਮਨ ਦੇ ਵਿੱਚ ਅਨੇਕਾਂ ਕੁਐਸਚਨ ਨੇ ਜੋ ਉਤਪੰਨ ਹੋ ਜਾਂਦੇ ਨੇ। ਯੂ ਵਿਲ ਬੀ ਈਗਰ ਟੂ ਨੋ ਆਲ ਅਬਾਊਟ ਇਟ। ਤਾਂ ਸਾਡੇ ਮਨ ਦੇ ਵਿੱਚ ਕੀ ਹੈ? ਇੱਕ ਉਤਸੁਕਤਾ ਜਾਗਦੀ ਹੈ ਦੇਖਦੇ ਹੋਏ ਇਸ ਨੂੰ, ਠੀਕ ਹੈ, ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਮਨ ਦੇ ਵਿੱਚ ਦਿਲਚਸਪੀ ਪੈਦਾ ਹੋ ਜਾਂਦੀ ਹੈ ਵੀ ਅਸੀਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਉਂ ਨੇ ਇਹ। ਇਨ ਦਿਸ ਬੁੱਕ ਯੂ ਵਿਲ ਗੈਟ ਏ ਬਰੀਫ ਨੌਲੇਜ ਅਬਾਊਟ ਆਲ ਦਿਸ। ਤਾਂ ਇਸ ਬੁੱਕ ਦੇ ਵਿੱਚ ਇਹ ਸਾਰਿਆਂ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ, ਇਹਨਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਜਾਣਾਂਗੇ ਵੀ ਅਜਿਹਾ ਕੁਛ ਕਿਉਂ ਹੁੰਦਾ ਗਾ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਯੂਨੀਵਰਸ ਦੀ। ਤਾਂ ਵਾਟ ਇਜ਼ ਦਾ ਯੂਨੀਵਰਸ? ਬ੍ਰਹਿਮੰਡ ਕੀ ਹੈ? ਤਾਂ ਯੂਨੀਵਰਸ ਨੂੰ ਆਪਾਂ ਕੀ ਕਹਿੰਦੇ ਹਾਂ? ਬ੍ਰਹਿਮੰਡ ਕਹਿੰਦੇ ਹਾਂ। ਯੂਨੀਵਰਸ ਦੇ ਵਿੱਚ ਕੀ ਕੁਛ ਆ ਜਾਂਦਾ? ਦਾ ਸਨ, ਦਾ ਪਲੈਨਟਸ, ਦਾ ਅਰਥ, ਦਾ ਮੂਨ ਐਂਡ ਸਮਾਲ ਐਂਡ ਬਿਗ ਸਟਾਰਸ। ਇਹ ਸਾਰਾ ਕੁਛ ਕਿਸ ਦੇ ਵਿੱਚ ਆ ਜਾਂਦਾ? ਯੂਨੀਵਰਸ ਦੇ ਵਿੱਚ ਆ ਜਾਂਦਾ ਹੈ। ਹੋਰ ਕੀ ਆ ਜਾਂਦਾ ਇਸ ਦੇ ਵਿੱਚ? ਡਸਟ ਆ ਜਾਂਦਾ ਹੈ, ਧੂੜ ਕਣ ਜਿਸ ਨੂੰ ਆਪਾਂ ਕਹਿੰਦੇ ਹਾਂ, ਗੈਸਸ ਆ ਜਾਂਦੀਆਂ ਨੇ, ਬਹੁਤ ਸਾਰੀਆਂ ਗੈਸਾਂ ਸਮਾਈਆਂ ਹੋਈਆਂ ਯੂਨੀਵਰਸ ਦੇ ਵਿੱਚ। ਤਾਂ ਕੀ ਕੁਛ ਆ ਜਾਂਦਾ? ਸਨ ਕਹਿਣ ਦਾ ਭਾਵ ਸੂਰਜ, ਪਲੈਨਟਸ ਕਹਿਣ ਦਾ ਭਾਵ ਗ੍ਰਹਿ, ਅਰਥ ਆਪਣੀ ਪ੍ਰਿਥਵੀ, ਮੂਨ ਆਪਣਾ ਚੰਨ, ਇਸ ਤੋਂ ਇਲਾਵਾ ਸਮਾਲ ਐਂਡ
ਬਿਗ ਸਟਾਰਸ, ਨਿੱਕੇ ਅਤੇ ਵੱਡੇ ਤਾਰੇ। ਧੂੜ ਕਣ ਵੀ ਆ ਜਾਂਦੇ ਨੇ ਇਸ ਦੇ ਵਿੱਚ, ਡਸਟ ਐਂਡ ਗੈਸਿਸ। ਇਹ ਸਾਰੀਆਂ ਕਿਸ ਦੇ ਵਿੱਚ ਸਮਾਈਆਂ ਹੋਈਆਂ ਨੇ? ਬ੍ਰਹਿਮੰਡ ਦੇ ਵਿੱਚ ਸਮਾਈਆਂ ਹੁੰਦੀਆਂ, ਯੂਨੀਵਰਸ ਦੇ ਵਿੱਚ ਸਮਾਈਆਂ ਹੋਈਆਂ ਨੇ, ਐਗਜ਼ਿਸਟ ਕਰਦੀਆਂ ਸਾਰੀਆਂ ਚੀਜ਼ਾਂ। ਆਲ ਆਰ ਪ੍ਰੈਜ਼ੈਂਟ ਇਨ ਦਾ ਯੂਨੀਵਰਸ। ਯੂਨੀਵਰਸ ਇਜ਼ ਸੋ ਲਾਰਜ ਦੈਟ ਯੂ ਕਾਂਟ ਇਮੈਜਿਨ। ਇੰਨਾ ਜ਼ਿਆਦਾ ਵਿਸ਼ਾਲ ਹੈ ਯੂਨੀਵਰਸ, ਇੰਨਾ ਜ਼ਿਆਦਾ ਵੱਡਾ ਗਾ ਵੀ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ, ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ, ਇੰਨਾ ਜ਼ਿਆਦਾ ਵਿਸ਼ਾਲ ਹੈ। ਆਪਣੀ ਕਲਪਨਾ ਤੋਂ ਵੀ ਬਾਹਰ ਦੀ ਦੁਨੀਆ ਗੀ ਇਹ, ਇੰਨਾ ਜ਼ਿਆਦਾ ਵਿਸ਼ਾਲ ਹੈ। ਫਿਰ ਲੋਕ ਐਟ ਦਾ ਡਾਇਗਰਾਮ ਗਿਵਨ ਬਿਲੋ। ਤਾਂ ਹੇਠਾਂ ਜਿਹੜੀ ਡਾਇਗਰਾਮ ਦਿੱਤੀ ਹੋਈ ਹੈ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੈਂ ਬ੍ਰਹਿਮੰਡ ਦੇ ਬਾਰੇ, ਯੂਨੀਵਰਸ ਦੇ ਬਾਰੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਹੁੰਦਾ ਕੀ ਹੈ ਇਹ ਯੂਨੀਵਰਸ, ਜਿਸ ਨੂੰ ਆਪਾਂ ਬ੍ਰਹਿਮੰਡ ਵੀ ਕਹਿ ਦਿੰਦੇ ਹਾਂ, ਸਪੇਸ ਵੀ ਕਹਿ ਦਿੰਦੇ ਹਾਂ, ਪੁਲਾੜ ਵੀ ਕਹਿ ਦਿੰਦੇ ਹਾਂ। ਉਹ ਕੀ ਹੈ? ਇੱਕ ਅਜਿਹੀ ਜਗ੍ਹਾ ਗੀ ਜਿੱਥੇ ਕਿਸੇ ਵੀ ਚੀਜ਼ ਦਾ ਕੋਈ ਵੇਟ ਨਹੀਂ ਹੈ, ਕਿਸੇ ਵੀ ਚੀਜ਼ ਦਾ ਕੋਈ ਭਾਰ ਨਹੀਂ ਹੈ, ਚਾਹੇ ਉਹ ਜਿੰਨੀ ਮਰਜ਼ੀ ਹੈਵੀ ਚੀਜ਼ ਹੈ। ਤਾਂ ਦੇਖੋ ਆਪਾਂ ਨੂੰ ਸੂਰਜ ਦੇਖਣ ਨੂੰ ਛੋਟਾ ਦਿਖਾਈ ਦਿੰਦਾ, ਪਰ ਅਸਲ ਦੇ ਵਿੱਚ ਇਹ ਪ੍ਰਿਥਵੀ ਦੇ ਨਾਲੋਂ ਲੱਖਾਂ ਗੁਣਾ ਵੱਡਾ ਗਾ। ਜੇਕਰ ਲੱਖਾਂ ਗੁਣਾ ਵੱਡਾ ਤਾਂ ਇਹਦੇ ਵਿੱਚ ਵੇਟ ਦੇਖੋ ਕਿੰਨਾ ਹੋਊਗਾ, ਭਾਰ ਕਿੰਨਾ ਹੋਊਗਾ। ਪਰ ਜਦੋਂ ਆਪਾਂ ਉੱਪਰ ਦੇਖਦੇ ਹਾਂ ਤਾਂ ਸੂਰਜ ਆਪਾਂ ਨੂੰ ਐਵੇਂ ਥੋੜ੍ਹੀ ਲੱਗਦਾ ਵੀ ਕਿਸੇ ਚੀਜ਼ 'ਤੇ ਟਿਕਿਆ ਹੋਇਆ, ਉੱਡਦਾ ਫਿਰਦਾ ਦਿਖਾਈ ਦਿੰਦਾ ਨਾ। ਕਿਉਂ? ਕਿਉਂਕਿ ਉੱਥੇ ਜਾ ਕੇ ਬ੍ਰਹਿਮੰਡ ਦੇ ਵਿੱਚ, ਸਪੇਸ ਦੇ ਵਿੱਚ ਕਿਸੇ ਵੀ ਚੀਜ਼ ਦਾ ਵੇਟ ਨਹੀਂ ਹੈ। ਆਪਣੀ ਅਰਥ ਹੈ ਕਿੰਨੀ ਹੈਵੀ ਹੈ ਦੇਖੋ, ਪਰ ਬ੍ਰਹਿਮੰਡ ਦੇ ਵਿੱਚ ਇਸ ਦਾ ਵੀ ਵੇਟ ਨਹੀਂ ਹੈਗਾ। ਮੂਨ ਵੀ ਸਾਨੂੰ ਉੱਡਿਆ ਫਿਰਦਾ ਦਿਖਾਈ ਦਿੰਦਾ ਹੈ, ਠੀਕ ਹੈ। ਹੋਰ ਨਿੱਕੇ ਵੱਡੇ ਸਟਾਰ ਨੇ ਜਿਹੜੇ ਬ੍ਰਹਿਮੰਡ ਦੇ ਵਿੱਚ ਉੱਡੇ ਫਿਰਦੇ ਦਿਖਾਈ ਦਿੰਦੇ ਨੇ। ਕਿਉਂ? ਕਾਰਨ ਕੀ ਹੈ? ਕਿਉਂਕਿ ਉੱਥੇ ਕਿਸੇ ਵੀ ਚੀਜ਼ ਦਾ ਵੇਟ ਨਹੀਂ ਹੈ, ਠੀਕ ਹੈ ਜੀ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਦੂਸਰੀ ਗੱਲ ਆਪਾਂ ਗੱਲ ਕਰਦੇ ਹਾਂ ਗ੍ਰੈਵਿਟੀ ਦੀ। ਗ੍ਰੈਵਿਟੀ ਕੀ ਹੁੰਦੀ ਹੈ? ਗ੍ਰੈਵੀਟੇਸ਼ਨਲ ਫੋਰਸ ਕੀ ਹੁੰਦੀ ਹੈ, ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਗੁਰੂਤਾਕਰਸ਼ਣ ਬਲ ਕਹਿੰਦੇ ਹਾਂ। ਗ੍ਰੈਵੀਟੇਸ਼ਨਲ ਫੋਰਸ ਹੁੰਦੀ ਹੈ ਜਦੋਂ ਆਪਾਂ ਦੇਖੋ ਕੋਈ ਗੇਂਦ ਆ ਉਸਨੂੰ ਅਸਮਾਨ ਦੇ ਵਿੱਚ ਸੁੱਟਦੇ ਹਾਂ ਤਾਂ ਉਹ ਨੀਚੇ ਆ ਜਾਂਦੀ ਇੱਕੋ ਦਮ। ਕਾਰਨ ਕੀ ਹੈ? ਕਿਉਂਕਿ ਧਰਤੀ ਦੇ ਵਿੱਚ ਇੱਕ ਅਜਿਹੀ ਪਾਵਰ ਹੈ ਜਿਹੜੀ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ। ਇਸੇ ਤਰ੍ਹਾਂ ਬ੍ਰਹਿਮੰਡ ਦੇ ਵਿੱਚ ਬਹੁਤ ਸਾਰੀਆਂ ਕੈਲੈਸਟੀਅਲ ਬੋਡੀਜ਼ ਨੇਗੀਆਂ ਜਿਨ੍ਹਾਂ ਦੇ ਵਿੱਚ ਕੀ ਹੈ? ਗ੍ਰੈਵਿਟੀ ਹੈ। ਜਿੰਨੀ ਜ਼ਿਆਦਾ ਵੱਡੀ ਬੋਡੀ ਹੋਊਗੀ, ਜਿੰਨਾ ਜ਼ਿਆਦਾ ਵੱਡਾ ਸਟਾਰ ਹੋਊਗਾ, ਜਿੰਨਾ ਜ਼ਿਆਦਾ ਵੱਡਾ ਪਲੈਨਟ ਹੋਊਗਾ, ਓਨਾ ਹੀ ਉਸ ਦੇ ਵਿੱਚ ਗ੍ਰੈਵਿਟੀ ਜ਼ਿਆਦਾ ਹੋਊਗੀ। ਓਕੇ, ਤਾਂ ਗ੍ਰੈਵਿਟੀ ਬ੍ਰਹਿਮੰਡ ਦੇ ਵਿੱਚ ਨਹੀਂ ਹੈ, ਕੈਲੈਸਟੀਅਲ ਬੋਡੀਜ਼ ਦੇ ਵਿੱਚ ਮੌਜੂਦ ਹੈ। ਇਸ ਕਰਕੇ ਵੀ ਚੀਜ਼ਾਂ ਸਾਨੂੰ ਉੱਡੀਆਂ ਫਿਰਦੀਆਂ ਦਿਖਾਈ ਦਿੰਦੀਆਂ ਨੇ। ਓਕੇ, ਤਾਂ ਦੇਖੋ ਆਪਾਂ ਹੁਣ ਗੱਲ ਕਰਦੇ ਹਾਂ ਯੂਨੀਵਰਸ ਦੇ ਚਾਰਟ ਦੀ। ਯੂਨੀਵਰਸ ਦਿੱਤਾ ਹੋਇਆ ਇਹਨਾਂ ਨੇ, ਯੂਨੀਵਰਸ ਦੇ ਵਿੱਚ ਸਾਰੀਆਂ ਗਲੈਕਸੀਜ਼ ਆ ਜਾਂਦੀਆਂ, ਜਿੰਨੀਆਂ ਵੀ ਗਲੈਕਸੀਆਂ ਸ਼ਾਮਲ ਨੇ। ਓਕੇ, ਅੱਗੇ ਤੁਹਾਨੂੰ ਦੱਸੋ ਵੀ ਗਲੈਕਸੀ ਹੁੰਦੀ ਕੀ ਹੈ। ਤਾਂ ਆਪਣੀ ਗਲੈਕਸੀ ਦਾ ਨਾਮ ਕੀ ਹੈ? ਮਿਲਕੀ ਵੇ ਹੈ, ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਹਾਂ? ਆਕਾਸ਼ ਗੰਗਾ ਕਹਿੰਦੇ ਹਾਂ। ਆਪਣੀ ਗਲੈਕਸੀ ਦਾ ਨਾਮ ਕੀ ਹੈ? ਮਿਲਕੀ ਵੇ, ਆਕਾਸ਼ ਗੰਗਾ। ਆਕਾਸ਼ ਗੰਗਾ ਦੇ ਵਿੱਚ ਹੀ ਆਪਣਾ ਕੀ ਹੈ? ਸੋਲਰ ਸਿਸਟਮ ਹੈ, ਸੂਰਜੀ ਪਰਿਵਾਰ ਹੈ। ਸੂਰਜੀ ਪਰਿਵਾਰ ਦੇ ਵਿੱਚ ਕੀ ਕੁਛ ਆ ਜਾਂਦਾ? ਦੇਖੋ ਪਲੈਨਟਸ ਐਂਡ ਸੈਟੇਲਾਈਟਸ ਆ ਜਾਂਦੇ ਨੇ, ਕਹਿਣ ਦਾ ਭਾਵ ਗ੍ਰਹਿ ਅਤੇ ਉਪਗ੍ਰਹਿ ਆ ਜਾਂਦੇ ਨੇ। ਇਸ ਤੋਂ ਇਲਾਵਾ ਐਸਟਰੋਇਡਸ ਆ ਜਾਂਦੇ ਨੇ, ਕਹਿਣ ਦਾ ਭਾਵ ਛੋਟੇ ਗ੍ਰਹਿ। ਕੋਮੇਟਸ ਆ ਜਾਂਦੇ ਨੇ, ਜਿਸ ਨੂੰ ਆਪਾਂ ਪੂਸ਼ਲ ਤਾਰੇ ਕਹਿੰਦੇ ਹਾਂ ਜਾਂ ਧੂਮਕੇਤੂ। ਮੀਟੀਓਰਸ ਆ ਜਾਂਦੇ ਨੇ, ਉਲਕਾ। ਅਤੇ ਇਸ ਤੋਂ ਇਲਾਵਾ ਕੀ ਆਉਂਦਾ? ਮੀਟੀਓਰਾਈਟਸ, ਕਹਿਣ ਦਾ ਭਾਵ ਉਲਕਾ ਪਿੰਡ। ਇਹ ਸਾਰੀਆਂ ਚੀਜ਼ਾਂ ਕਿੱਥੇ ਆ ਜਾਂਦੀਆਂ ਨੇ? ਆਪਣੇ ਗਲੈਕਸੀ ਆਕਾਸ਼ ਗੰਗਾ ਦੇ ਵਿੱਚ, ਮਿਲਕੀ ਵੇ ਦੇ ਵਿੱਚ ਆ ਜਾਂਦੀਆਂ ਨੇ। ਇਹਨਾਂ ਦੇ ਬਾਰੇ ਆਪਾਂ ਲੈਸਨ ਦੇ ਵਿੱਚ ਡਿਟੇਲ ਦੇ ਵਿੱਚ ਜਾਣਾਂਗੇ ਵੀ ਹੁੰਦਾ ਕੀ ਹੈ ਇਹ ਸਾਰਾ ਕੁਛ, ਕੀ ਹੈ ਮਿਲਕੀ ਵੇ, ਕੀ ਹੈ, ਠੀਕ ਹੈ, ਸੋਲਰ ਸਿਸਟਮ ਕੀ ਹੈ। ਇਹਨਾਂ ਦੇ ਬਾਰੇ ਆਪਾਂ ਲੈਸਨ ਦੇ ਵਿੱਚ ਡਿਟੇਲ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ। ਹਾਂਜੀ, ਉਸ ਤੋਂ ਬਾਅਦ ਦੇਖੋ ਅੱਗੇ, ਦ ਸਨ, ਦ ਪਲੈਨਟਸ, ਦ ਸੈਟੇਲਾਈਟਸ, ਦ ਮੂਨ ਐਂਡ ਇਨਮਰੇਬਲ ਸਮਾਲ ਐਂਡ ਬਿਗ ਸਾਈਜ਼ ਸਟਾਰਸ ਆਰ ਨੋਨ ਐਜ਼ ਕੈਲੈਸਟੀਅਲ ਔਰ ਹੈਵਨਲੀ ਬੋਡੀਜ਼। ਧਿਆਨ ਨਾਲ ਸੁਣਦੇ ਰਹਿਣਾ ਗੱਲ ਨੂੰ, ਕੀ ਕਹਿ ਰਿਹਾ ਹੈ। ਜਿਹੜਾ ਆਪਣਾ ਸੂਰਜ ਹੈ, ਪਲੈਨਟਸ ਨੇ ਜਿੰਨੇ ਵੀ ਆਪਣੇ ਗ੍ਰਹਿ, ਇਸ ਤੋਂ ਇਲਾਵਾ ਜਿਹੜਾ ਆਪਣਾ ਸੈਟੇਲਾਈਟਸ ਨੇ ਜਿੰਨੇ ਵੀ ਉਪਗ੍ਰਹਿ ਆ ਜਾਂਦੇ ਨੇ, ਮੂਨ ਹੈ, ਅਤੇ ਨਿੱਕੇ ਵੱਡੇ ਜਿੰਨੇ ਵੀ ਤਾਰੇ ਹੈ, ਉਹਨਾਂ ਨੂੰ ਸਾਰਿਆਂ ਨੂੰ ਆਪਾਂ ਕੀ ਕਹਿੰਦੇ ਹਾਂ? ਕੈਲੈਸਟੀਅਲ ਬੋਡੀਜ਼ ਕਹਿੰਦੇ ਹਾਂ। ਕੈਲੈਸਟੀਅਲ ਬੋਡੀਜ਼ ਦਾ ਮਤਲਬ ਹੁੰਦਾ ਗਾ ਖਗੋਲ ਪਿੰਡ, ਜਾਂ ਹੈਵਨਲੀ ਬੋਡੀਜ਼। ਹੈਵਨਲੀ ਦਾ ਮਤਲਬ ਹੁੰਦਾ ਸਵਰਗੀ, ਠੀਕ ਹੈ। ਸਵਰਗੀ ਬੋਡੀਜ਼ ਜਾਂ ਕੈਲੈਸਟੀਅਲ ਬੋਡੀਜ਼। ਸਵਰਗੀ ਦਾ ਮਤਲਬ ਹੈ ਜਿਹੜੀ ਅਸਮਾਨ ਦੇ ਵਿੱਚ ਹੈ। ਓਕੇ ਜੀ, ਉਸ ਨੂੰ ਆਪਾਂ ਕੀ ਕਹਿੰਦੇ? ਹੈਵਨਲੀ ਬੋਡੀਜ਼ ਕਹਿੰਦੇ ਹਾਂ। ਤਾਂ ਕੈਲੈਸਟੀਅਲ ਬੋਡੀਜ਼ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਜਿਹੜੇ ਸਟਾਰਸ ਨੇ, ਜਿੰਨੇ ਵੀ ਗ੍ਰਹਿ ਨੇ, ਜਿੰਨੇ ਵੀ ਉਪਗ੍ਰਹਿ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਖਗੋਲੀ ਪਿੰਡ ਕਹਿੰਦੇ ਹਾਂ, ਕੈਲੈਸਟੀਅਲ ਬੋਡੀਜ਼ ਕਹਿੰਦੇ ਹਾਂ। ਓਕੇ, ਕਲੀਅਰ। ਅੱਗੇ ਦੇਖੋ ਸਪੇਸ ਕੀ ਹੈ। ਸਪੇਸ ਦਾ ਵਰਡ ਇਜ਼ ਰਿਲੇਟਡ ਟੂ ਸਕਾਈ। ਸਪੇਸ ਦਾ ਮਤਲਬ ਕੀ ਹੈ? ਇਹਨੇ ਦੱਸਿਆ ਕਿਸ ਦੇ ਨਾਲ ਰਿਲੇਟਡ ਹੈ? ਵਰਡ ਸਕਾਈ ਦੇ ਨਾਲ ਰਿਲੇਟਡ ਹੈ। ਦ ਪੀਪਲ ਹੂ ਸਟੱਡੀ ਦਾ ਸਪੇਸ ਆਰ ਕਾਲਡ ਐਸਟਰੋਨੋਮਰਸ। ਤਾਂ ਜਿਹੜੇ ਲੋਕ ਇਸ ਦੀ ਸਟੱਡੀ ਕਰਦੇ ਨੇ ਉਸ ਨੂੰ ਆਪਾਂ ਕੀ ਕਹਿੰਦੇ? ਐਸਟਰੋਨੋਮਰਸ ਕਹਿੰਦੇ ਹਾਂ।
ਪੁਲਾੜ ਵਿਗਿਆਨੀ ਕਹਿੰਦੇ ਆ। ਯੂ ਮਸਟ ਬੀ ਨੋਇੰਗ ਦ ਨੇਮ ਆਫ ਕਲਪਨਾ ਚਾਵਲਾ, ਤੁਸੀਂ ਕਲਪਨਾ ਚਾਵਲਾ ਦਾ ਨਾਮ ਸਾਰਿਆਂ ਨੇ ਸੁਣਿਆ ਹੈਗਾ, ਸਾਰੇ ਜਾਣਦੇ ਆ ਉਸਨੂੰ, ਠੀਕ ਹੈ। ਤਾਂ ਦੇਖੋ ਕਲਪਨਾ ਚਾਵਲਾ US ਐਸਟਰੋਨੌਟ ਆਫ ਇੰਡੀਅਨ ਓਰੀਜਨ, ਜਿਹੜੀ ਕਿੱਥੋਂ ਦੀ ਸੀਗੀ, ਉਹ ਇੰਡੀਅਨ ਓਰੀਜਨ ਦੀ US ਐਸਟਰੋਨੌਟ ਸੀ। ਨਾਸਾ ਸਪੇਸ ਏਜੰਸੀ ਦੇ ਵਿੱਚ ਕੰਮ ਕਰਦੀ ਸੀ, ਪਰ ਰਹਿਣ ਵਾਲੀ ਮਤਲਬ ਹੈਗੀ ਕਿੱਥੋਂ ਦੀ ਸੀ, ਉਹ ਇੰਡੀਆ ਦੀ ਸੀ। ਹੂ ਡਾਇਡ ਵਾਈਲ ਟਰੈਵਲਿੰਗ ਬੈਕ ਟੂ ਦ ਅਰਥ ਫਰੋਮ ਸਪੇਸ ਈਅਰਸ ਬੈਕ, ਤਾਂ ਪਿਛਲੇ ਸਾਲਾਂ ਦੇ ਵਿੱਚ ਕੀ ਹੋਇਆ ਸੀਗਾ, ਉਹ ਸਪੇਸ ਦੇ ਵਿੱਚ ਗਈ ਸੀ। ਸਪੇਸ ਦੇ ਵਿੱਚੋਂ ਜਦੋਂ ਪ੍ਰਿਥਵੀ 'ਤੇ ਵਾਪਸ ਆ ਰਹੀ ਸੀ, ਉਸ ਸਮੇਂ ਦੇ ਵਿੱਚ ਇੱਕ ਹਾਦਸਾ ਵਾਪਰਿਆ ਸੀ ਜਿਸ ਦੇ ਨਾਲ ਉਸਦੀ ਡੈਥ ਹੋ ਗਈ ਸੀ। ਤਾਂ ਉਹ ਕੀ ਸੀ, ਇੱਕ ਐਸਟਰੋਨੋਮਰ ਸੀ। ਓਕੇ, ਤਾਂ ਸਪੇਸ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੋਣਾ, ਸਕਾਈ ਜਿਸ ਦੇ ਵਿੱਚ ਕਿਸੇ ਵੀ ਚੀਜ਼ ਦਾ ਵੇਟ ਨਹੀਂ ਹੈਗਾ, ਜਿੰਨੀਆਂ ਵੀ ਕਲੈਸਟਰੀਅਲ ਬੋਡੀਜ਼ ਨੇ ਉੱਥੇ ਉੱਡੀਆਂ ਫਿਰਦੀਆਂ ਸਾਨੂੰ ਦਿਖਾਈ ਦਿੰਦੀਆਂ। ਅਤੇ ਜਿਹੜੇ ਇਹਨਾਂ ਦੇ ਬਾਰੇ ਕੀ ਕਰਦੇ ਨੇ, ਸਟੱਡੀ ਕਰਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹੈਗੇ, ਐਸਟਰੋਨੋਮਰਸ ਕਹਿੰਦੇ, ਜਿਵੇਂ ਕਲਪਨਾ ਚਾਵਲਾ। ਨੈਕਸਟ ਦੇਖੋ, you might be thinking that all these celestial bodies glow with their own light। ਆਪਾਂ ਦੇਖੋ ਸਾਰੇ ਇਹ ਸੋਚਦੇ ਆ ਵੀ ਜਿੰਨੇ ਵੀ ਕਲੈਸਟਰੀਅਲ ਬੋਡੀਜ਼ ਨੇ, ਜਿੰਨੇ ਵੀ ਤਾਰੇ ਹੈ, ਜਿੰਨੇ ਵੀ ਗ੍ਰਹਿ ਨੇ, ਚਮਕਦੇ ਹੋਏ ਦਿਖਾਈ ਦਿੰਦੇ ਨੇ ਸਾਨੂੰ। ਆਪਾਂ ਨੂੰ ਐਵੇਂ ਲੱਗਦਾ ਵੀ ਸਾਰਿਆਂ ਦੀ ਆਪਣੀ ਆਪਣੀ ਲਾਈਟ ਹੈ, ਆਪਦੀ ਲਾਈਟ ਦੇ ਨਾਲ ਸਾਰੇ ਚਮਕਦੇ ਹੋਏ ਦਿਖਾਈ ਦਿੰਦੇ ਆ ਸਾਨੂੰ, ਪਰ ਬਟ ਇਟ ਇਜ਼ ਨੋਟ ਸੋ, ਪਰ ਅਜਿਹਾ ਅਸਲ ਦੇ ਵਿੱਚ ਨਹੀਂ ਹੈ, ਠੀਕ ਹੈ। ਸਾਰੇ ਗ੍ਰਹਿਾਂ ਦੀ, ਸਾਰੇ ਮੰਨ ਲਓ ਜਿਹੜੇ ਉਪਗ੍ਰਹਿ ਨੇ, ਉਹਨਾਂ ਦੀ ਆਪਣੀ ਲਾਈਟ ਨਹੀਂ। ਕਿਵੇਂ, ਕਿਉਂ ਨਹੀਂ ਹੈਗੀ? ਸਮ ਆਫ ਦੀਜ਼ ਲਿਟ ਬਾਏ ਦ ਲਾਈਟ ਆਫ ਅਦਰਸ, ਕਿਉਂਕਿ ਇਹ ਜਿਹੜੇ ਕੁਝ ਗ੍ਰਹਿ ਨੇ, ਕੁਝ ਪਲੈਨਟਸ ਨੇਗੇ, ਸੈਟੇਲਾਈਟਸ ਨੇ, ਇਹ ਦੂਸਰੇ ਤਾਰਿਆਂ ਦੀ ਰੋਸ਼ਨੀ ਦੇ ਨਾਲ ਸਾਨੂੰ ਚਮਕਦੇ ਹੋਏ ਦਿਖਾਈ ਦਿੰਦੇ ਆ, ਆਪਦੀ ਲਾਈਟ ਨਹੀਂ ਹੈਗੀ ਇਹਨਾਂ ਦੀ। ਦ ਸਨ ਇਜ਼ ਨੀਅਰੈਸਟ ਟੂ ਦ ਅਰਥ, ਦੈਟ ਇਜ਼ ਵਾਈ ਇਟ ਅਪੀਅਰਸ ਅਸ ਦ ਬਿਗੈਸਟ। ਜਿਹੜਾ ਆਪਣਾ ਸੂਰਜ ਹੈ, ਸਨ ਹੈਗਾ, ਉਹ ਧਰਤੀ ਦੇ ਕਲੋਜ਼ ਹੈ, ਕਾਫੀ ਜ਼ਿਆਦਾ ਕੀ ਹੈ, ਉਹ ਨੇੜੇ ਹੈ, ਇਸ ਕਰਕੇ ਹੀ ਸਾਨੂੰ ਵੱਡਾ ਦਿਖਾਈ ਦਿੰਦਾ, ਠੀਕ ਹੈ। ਸਨ ਕੀ ਹੈ, ਇੱਕ ਸਟਾਰ ਹੈਗਾ, ਦੂਸਰੇ ਸਟਾਰਸ ਦੀ ਤਰ੍ਹਾਂ ਸਨ ਵੀ ਕੀ ਹੈ, ਇੱਕ ਸਟਾਰ ਹੈ, ਪਰ ਦੂਸਰੇ ਸਟਾਰਸ ਨੇ ਜਿਹੜੇ ਧਰਤੀ ਤੋਂ ਬਹੁਤ ਹੀ ਜ਼ਿਆਦਾ ਦੂਰ ਨੇ, ਇਸ ਕਰਕੇ ਸਾਨੂੰ ਛੋਟੇ ਛੋਟੇ ਦਿਖਾਈ ਦਿੰਦੇ ਨੇ। ਪਰ ਜਿਹੜਾ ਸੂਰਜ ਹੈ ਉਹ ਕੀ ਹੈ, ਧਰਤੀ ਦੇ ਨਜ਼ਦੀਕ ਹੈ, ਇਸ ਕਰਕੇ ਸਾਨੂੰ ਕੀ ਉਹ ਵੱਡਾ ਦਿਖਾਈ ਦਿੰਦਾ ਹੈ। ਫਰੋਮ ਦਾ ਸਪੇਸ ਇਫ ਯੂ ਲੁੱਕ ਐਟ ਦਾ ਅਰਥ ਇਟ ਆਲਸੋ ਅਪੀਅਰਸ ਗਲੋਇੰਗ, ਜਦੋਂ ਆਪਾਂ ਸਪੇਸ ਦੇ ਵਿੱਚੋਂ ਦੇਖਾਂਗੇ ਨਾ, ਧਰਤੀ ਨੂੰ ਦੇਖਾਂਗੇ ਦੂਰੋਂ ਝਾਤੀ ਮਾਰ ਕੇ, ਤਾਂ ਚੰਦ ਦੀ ਤਰ੍ਹਾਂ, ਜਿਵੇਂ ਚੰਦ ਚਮਕਦਾ ਹੋਇਆ, ਸੂਰਜ ਚਮਕਦਾ, ਇਸੇ ਤਰ੍ਹਾਂ ਸਾਨੂੰ ਧਰਤੀ ਵੀ ਚਮਕਦੀ ਹੋਈ ਦਿਖਾਈ ਦੇਊਗੀ। ਤਾਂ ਸਾਨੂੰ ਕੀ ਭੁਲੇਖਾ ਲੱਗੂ ਵੀ ਹਾਂ ਭਾਈ ਧਰਤੀ ਦਾ ਵੀ ਆਪਣਾ ਪ੍ਰਕਾਸ਼ ਹੈ, ਪਰ ਅਜਿਹਾ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਦਾ ਅਰਥ ਗਲੋਜ਼ ਡਿਊ ਟੂ ਦਾ ਲਾਈਟ ਆਫ ਸਨ, ਕਿਉਂਕਿ ਜਿਹੜੀ ਅਰਥ ਹੈ ਉਹ ਕਿਸ ਵਜ੍ਹਾ ਕਰਕੇ ਚਮਕਦੀ ਹੈ, ਸੂਰਜ ਦੀ ਰੋਸ਼ਨੀ ਕਰਕੇ ਚਮਕਦੀ ਹੈ। ਤਾਂ ਐਸੇ ਤਰ੍ਹਾਂ ਜਿਹੜਾ ਆਪਣਾ ਮੂਨ ਹੈ, ਉਸ ਦੀ ਵੀ ਆਪਣੀ ਕੋਈ ਲਾਈਟ ਨਹੀਂ ਹੈਗੀ, ਉਹ ਵੀ ਕਿਸ ਦੀ ਵਜ੍ਹਾ ਕਰਕੇ ਚਮਕਦਾ ਹੋਇਆ ਸਾਨੂੰ ਦਿਖਾਈ ਦਿੰਦਾ, ਸੂਰਜ ਦੀ ਰੋਸ਼ਨੀ ਦੀ ਵਜ੍ਹਾ ਕਰਕੇ, ਕਿਉਂਕਿ ਸੂਰਜ ਦਾ ਜਿਹੜਾ ਪ੍ਰਕਾਸ਼ ਹੈ ਉਹ ਕਿਸ 'ਤੇ ਪੈਂਦਾ, ਚੰਨ 'ਤੇ ਪੈਂਦਾ ਹੈ, ਜਿਸ ਦੇ ਕਰਕੇ ਉਹ ਪ੍ਰਕਾਸ਼ ਨੂੰ ਰਿਫਲੈਕਟ ਕਰ ਦਿੰਦਾ ਹੈ ਅਤੇ ਸਾਨੂੰ ਉਹ ਚਮਕਦਾ ਹੋਇਆ ਦਿਖਾਈ ਦਿੰਦਾ ਹੈ। ਇਨ ਦਾ ਸਾਇੰਟੀਫਿਕ ਲੈਂਗੁਏਜ ਦਾ ਹੈਵਨਲੀ ਬੋਡੀਜ਼ ਦੈਟ ਗਲੋਜ਼ ਵਿਦ ਦੇਅਰ ਓਨ ਲਾਈਟ ਆਰ ਕਾਲਡ ਸਟਾਰਸ ਐਂਡ ਦਾ ਸਨ ਇਜ਼ ਵਨ ਆਫ ਦੈਮ। ਤਾਂ ਦੂਜੇ ਸ਼ਬਦਾਂ ਵਿੱਚ ਜੇਕਰ ਆਪਾਂ ਗੱਲ ਕਰੀਏ, ਜਿਹੜੀਆਂ ਹੈਵਨਲੀ ਬੋਡੀਜ਼ ਨੇ, ਜਿਹੜੀਆਂ ਆਪਣੀ ਲਾਈਟ ਦੇ ਨਾਲ ਚਮਕਦੀਆਂ, ਜਿਨ੍ਹਾਂ ਦਾ ਆਪਣਾ ਪ੍ਰਕਾਸ਼ ਹੁੰਦਾ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਸਟਾਰਸ ਕਹਿੰਦੇ ਹਾਂ। ਓਕੇ, ਤਾਂ ਸਟਾਰਸ ਤੁਹਾਨੂੰ ਸਮਝ ਆ ਗਿਆ ਹੋਣਾ। ਸਟਾਰਸ ਕੀ ਹੁੰਦੇ ਨੇ? ਉਹਨਾਂ ਦਾ ਆਪਣੀ ਰੋਸ਼ਨੀ ਹੁੰਦੀ ਹੈ, ਆਪਣਾ ਪ੍ਰਕਾਸ਼ ਹੁੰਦਾ, ਉਹਨਾਂ ਦੇ ਵਿੱਚ ਗਰਮੀ ਹੁੰਦੀ ਹੈ, ਜਿਵੇਂ ਆਪਣਾ ਸੂਰਜ ਹੈ। ਸੂਰਜ ਵੀ ਕੀ ਇੱਕ ਵੱਡਾ ਤਾਰਾ ਹੈਗਾ। ਓਕੇ, ਤਾਂ ਸਟਾਰਸ ਅਤੇ ਪਲੈਨਟਸ ਦੇ ਵਿੱਚ ਅੰਤਰ ਕੀ ਹੈ? ਸਟਾਰਸ ਦੀ ਆਪਣੀ ਰੋਸ਼ਨੀ ਹੁੰਦੀ ਹੈ, ਆਪਣੀ ਗਰਮੀ ਹੁੰਦੀ ਹੈ, ਆਪਣਾ ਪ੍ਰਕਾਸ਼ ਹੁੰਦਾ ਹੈ, ਪਰ ਜਿਹੜੇ ਪਲੈਨਟਸ ਨੇ, ਜਿਵੇਂ ਅਰਥ ਹੋ ਗਿਆ, ਇਸ ਦੇ ਉੱਪਰ ਰੋਸ਼ਨੀ ਜਿਹੜੀ ਕਿਸ ਦੀ ਪੈਂਦੀ ਹੈ? ਸੂਰਜ ਦੀ ਪੈਂਦੀ ਹੈ, ਉਸ ਦੀ ਵਜ੍ਹਾ ਕਰਕੇ ਚਮਕਦੀ ਹੈ ਇਹ, ਠੀਕ ਹੈ। ਪਲੈਨਟਸ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੁੰਦੀ, ਸਟਾਰਸ ਦੀ ਆਪਣੀ ਰੋਸ਼ਨੀ ਹੁੰਦੀ ਹੈ। ਇਹ ਦੋਵਾਂ ਦੇ ਵਿੱਚ ਕੀ ਹੈ? ਅੰਤਰ ਹੈ। ਅਤੇ ਸਨ ਵੀ ਕੀ ਹੈ? ਇੱਕ ਉਹਨਾਂ ਸਟਾਰਸ ਦੇ ਵਿੱਚੋਂ ਹੀ ਇੱਕ ਸਟਾਰ ਆ। ਓਕੇ, ਨੈਕਸਟ, after closely observing the sky full of stars at night, you will find many forms made by stars in the sky looking like animals or humans। ਤਾਂ ਜਦੋਂ ਆਪਾਂ ਕੀ ਕਰਦੇ ਹਾਂ, ਰਾਤ ਨੂੰ ਧਿਆਨ ਦੇ ਨਾਲ ਆਕਾਸ਼ ਦੇ ਵੱਲ ਦੇਖਦੇ ਹਾਂ, ਤਾਂ ਸਾਨੂੰ ਜਿਹੜੇ ਬਹੁਤ ਸਾਰੇ ਸਟਾਰਸ ਨੇ ਉਹ ਇੱਕ ਫੋਰਮ ਦੇ ਵਿੱਚ ਨਜ਼ਰ ਆਉਂਦੇ ਨੇ। ਕਿਸ ਫੋਰਮ ਦੇ ਵਿੱਚ? ਜ਼ਿਆਦਾ ਆਪਾਂ ਨੂੰ ਐਂ ਲੱਗਦਾ ਵੀ ਉਹ ਐਨੀਮਲਸ ਦੀ ਫੋਰਮ ਦੇ ਵਿੱਚ ਹੈ, ਠੀਕ ਹੈ, ਜਾਂ ਹਿਊਮਨਸ ਦੀ ਫੋਰਮਸ ਦੇ ਵਿੱਚ ਹੈ। ਕਹਿਣ ਦਾ ਭਾਵ ਉਹਨਾਂ ਦਾ ਗਰੁੱਪ ਬਣਿਆ ਹੁੰਦਾ ਗਾ, ਅਤੇ ਉਹਨਾਂ ਦੀ ਇੱਕ ਸ਼ਕਲ ਹੁੰਦੀ ਹੈਗੀ, ਆਕਿਰਤੀ ਦਿਖਾਈ ਦਿੰਦੀ ਹੈ ਸਾਨੂੰ। ਓਕੇ, ਸੱਚ ਗਰੁੱਪਸ ਆਫ ਸਟਾਰਸ ਕਾਲਡ ਕੌਂਸਟਲੇਸ਼ਨ
ਫਾਰਮਿੰਗ ਵੇਰੀਅਸ ਸ਼ੇਪਸ। ਤਾਂ ਅਜਿਹੇ ਗਰੁੱਪ ਨੂੰ ਆਪਾਂ ਕੀ ਕਹਿੰਦੇ ਹਾਂ, ਕੌਂਸਟਲੇਸ਼ਨ ਕਹਿੰਦੇ ਆ, ਜਿਨ੍ਹਾਂ ਦੀਆਂ ਅਲੱਗ-ਅਲੱਗ ਪ੍ਰਕਾਰ ਦੀਆਂ ਕੀ ਹੁੰਦੀਆਂ, ਸ਼ੇਪਸ ਹੁੰਦੀਆਂ ਨੇਗੀਆਂ। ਓਕੇ, ਤਾਂ ਤੁਸੀਂ ਦੇਖੋਗੇ ਕੌਂਸਟਲੇਸ਼ਨਸ ਦੇ ਵਿੱਚ ਜਾਂ ਗਰੁੱਪਾਂ ਦੇ ਵਿੱਚ ਤਾਰੇ ਨੇ ਜਿਹੜੇ ਉਹ ਆਕਿਰਤੀਆਂ ਦੇ ਵਿੱਚ ਸਾਨੂੰ ਦਿਖਾਈ ਦਿੰਦੇ ਨੇ। ਠੀਕ ਹੈ, ਇੱਕ ਕੌਂਸਟਲੇਸ਼ਨ ਦੇ ਵਿੱਚ 7-8 ਤਾਰੇ ਹੋ ਸਕਦੇ ਨੇ, 10 ਤਾਰੇ ਹੋ ਸਕਦੇ ਨੇ, 12 ਤਾਰੇ ਹੋ ਸਕਦੇ ਨੇ, ਜਿਨ੍ਹਾਂ ਨੇ ਕਿਸੇ ਆਕਿਰਤੀ ਦਾ ਰੂਪ ਲਿਆ ਹੁੰਦਾ ਹੈ। ਓਕੇ, ਯੂ ਵਿਲ ਆਈਡੈਂਟੀਫਾਈ ਫਾਰਮਸ ਲਾਈਕ ਹਿਊਮਨ ਬੀਇੰਗਸ ਐਂਡ ਐਨੀਮਲਸ। ਤਾਂ ਇਹਨਾਂ ਦੀ ਆਕਿਰਤੀ ਜਿਹੜੀ ਹੁੰਦੀ ਹੈ ਉਹ ਮਨੁੱਖ ਦੀ ਤਰ੍ਹਾਂ ਹੁੰਦੀ ਹੈ ਜਾਂ ਫਿਰ ਜਾਨਵਰਾਂ ਦੀ ਤਰ੍ਹਾਂ ਹੁੰਦੀ ਹੈ। ਜਿਵੇਂ ਕਿ ਉਦਾਹਰਨ ਦੇ ਤੌਰ 'ਤੇ ਕੀ ਹੈ, ਸਪਤਰਿਸ਼ੀ ਹੈ। ਠੀਕ ਹੈ, ਜਿਹੜਾ ਡਾਰਕ ਦਿਖਾਇਆ ਹੋਇਆ ਇੱਥੇ ਆਪਾਂ ਨੂੰ ਕਰਕੇ। ਸਪਤਰਿਸ਼ੀ ਇਜ਼ ਵਨ ਸੱਚ ਕੌਂਸਟਲੇਸ਼ਨ ਦੈਟ ਹੈਜ਼ ਬੀਨ ਓਬਜ਼ਰਵਡ ਸਿੰਸ ਐਂਸ਼ੀਅੰਟ ਟਾਈਮਸ। ਤਾਂ ਸਪਤਰਿਸ਼ੀ ਕੀ ਹੈ, 7 ਤਾਰਿਆਂ ਦਾ ਸਮੂਹ ਹੈ, 7 ਤਾਰਿਆਂ ਦਾ ਗਰੁੱਪ ਹੈ, ਜਿਹੜਾ ਕਿ ਪੁਰਾਣੇ ਸਮੇਂ ਤੋਂ ਹੀ ਸਾਨੂੰ ਕੀ ਹੈ, ਚਮਕਦਾ ਹੋਇਆ ਦਿਖਾਈ ਦਿੰਦਾ ਅਸਮਾਨ ਦੇ ਵਿੱਚ। ਇਟ ਇਜ਼ ਗਰੁੱਪ ਆਫ 7 ਸਟਾਰਸ ਵਿਚ ਅਪੀਅਰਸ ਲਾਈਕ ਏ ਗ੍ਰੇਟ ਬੀਅਰ। ਠੀਕ ਹੈ, ਇਹਦੇ ਵਿੱਚ ਟੋਟਲ ਕਿੰਨੇ ਨੇ, 7 ਸਟਾਰਸ ਨੇ ਸਪਤਰਿਸ਼ੀ ਦੇ ਵਿੱਚ। ਠੀਕ ਹੈ ਨਾ, ਸਪਤਰਿਸ਼ੀ ਦੇਖੋ ਨਾਮ ਤੋਂ ਹੀ ਲੱਗਦਾ 7 ਸਟਾਰਸ ਨੇ ਇਸ ਦੇ ਵਿੱਚ, ਜਿਸ ਦੀ ਆਕਿਰਤੀ ਕਿਸ ਦੇ ਵਾਂਗੂ ਸਾਨੂੰ ਦਿਖਾਈ ਦਿੰਦੀ ਹੈ, ਇੱਕ ਬੀਅਰ ਦੀ ਤਰ੍ਹਾਂ। ਠੀਕ ਹੈ ਜੀ, ਇੱਕ ਰਿਛ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਸਾਨੂੰ, ਜਿਹਦੇ ਵਿੱਚ ਟੋਟਲ ਕਿੰਨੇ ਸਟਾਰਸ ਨੇ, 7 ਸਟਾਰਸ ਨੇ। ਤਾਂ ਆਈ ਥਿੰਕ ਤੁਹਾਨੂੰ ਕੌਂਸਟਲੇਸ਼ਨ ਬਾਰੇ ਪਤਾ ਲੱਗ ਗਿਆ ਹੋਣਾ, ਕੌਂਸਟਲੇਸ਼ਨ ਦੀ ਸਮਝ ਆ ਗਈ ਹੋਣੀ ਵੀ ਕੌਂਸਟਲੇਸ਼ਨ ਕੀ ਹੁੰਦਾ ਹੈ, ਇੱਕ ਸਟਾਰਸ ਦਾ ਗਰੁੱਪ ਹੁੰਦਾ ਗਾ, ਜਿਹਦੇ ਵਿੱਚ 7-8 ਤਾਰੇ ਹੋ ਸਕਦੇ ਨੇ, 10 ਤਾਰੇ 12 ਤਾਰੇ ਵੀ ਹੋ ਸਕਦੇ ਨੇ, ਜਿਨ੍ਹਾਂ ਦੇ ਵਿੱਚੋਂ ਸਪਤਰਿਸ਼ੀ ਕੀ ਹੈ, ਇੱਕ ਅਜਿਹਾ ਹੀ ਗਰੁੱਪ ਹੈ ਜਿਹੜਾ ਕਿ ਜਿਸ ਦੀ ਆਕਿਰਤੀ ਸਾਨੂੰ ਕਿਸ ਦੇ ਵਾਂਗ ਦਿਖਾਈ ਦਿੰਦੀ ਹੈ, ਰਿਛ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਆਲ ਦੀ ਸਟਾਰਸ ਆਰ ਵੈਰੀ ਫਾਰ ਫਰੋਮ ਦਾ ਅਰਥ। ਜਿਹੜੇ ਤਾਰੇ ਨੇ ਸਾਨੂੰ ਦਿਖਾਈ ਦਿੰਦੇ ਨੇ ਸੂਰਜ ਨੂੰ ਛੱਡ ਕੇ। ਠੀਕ ਹੈ, ਸੂਰਜ ਕਿਉਂਕਿ ਸਾਡੇ ਸਭ ਤੋਂ ਜ਼ਿਆਦਾ ਨਜ਼ਦੀਕੀ ਤਾਰਾ ਹੈ, ਅਤੇ ਬਾਕੀ ਤਾਰੇ ਕੀ ਹੈ, ਸਾਨੂੰ ਤੋਂ ਵੈਰੀ ਫਾਰ ਨੇ, ਬਹੁਤ ਜ਼ਿਆਦਾ ਦੂਰ ਨੇ। ਠੀਕ ਹੈ, ਦੇ ਅਪੀਅਰ ਅਸ ਟਵਿੰਕਲਿੰਗ ਬਿਕੋਜ਼ ਦੇਅਰ ਲਾਈਟ ਹੈਜ਼ ਟੂ ਪਾਸ ਥਰੂ ਮੈਨੀ ਲੇਅਰਸ ਆਫ ਏਅਰ। ਠੀਕ ਹੈ, ਤਾਂ ਜਿਹੜੀ ਉਹਨਾਂ ਦੀ ਰੋਸ਼ਨੀ ਆ ਸਾਨੂੰ ਟਿਮਟਿਮਾਉਂਦੀ ਹੋਈ ਨਜ਼ਰ ਆਉਂਦੀ ਹੈ। ਟਿਮਟਿਮਾਉਂਦੀ ਹੋਈ ਨਜ਼ਰ ਕਿਉਂ ਆਉਂਦੀ ਹੈ, ਟਵਿੰਕਲਿੰਗ ਕਰਦੀ ਨਜ਼ਰ ਕਿਉਂ ਆਉਂਦੀ ਹੈ, ਕਿਉਂਕਿ ਦੇਅਰ ਲਾਈਟ ਹੈਜ਼ ਟੂ ਪਾਸ ਥਰੂ ਮੈਨੀ ਲੇਅਰਸ ਆਫ ਏਅਰ। ਆਪਣੀ ਪ੍ਰਿਥਵੀ ਦੇ ਉੱਪਰ ਬਹੁਤ ਸਾਰੀਆਂ ਲੇਅਰਸ ਨੇ ਏਅਰ ਦੀਆਂ, ਹਵਾ ਦੀਆਂ ਬਹੁਤ ਸਾਰੀਆਂ ਪਰਤਾਂ ਨੇ, ਉਹਨਾਂ ਪਰਤਾਂ ਦੇ ਵਿੱਚ ਡਸਟ ਵੀ ਆ ਜਾਂਦੀ ਹੈ, ਗੈਸਾਂ ਆਦੀਆਂ ਤਰ੍ਹਾਂ ਤਰ੍ਹਾਂ ਦੀਆਂ। ਤਾਂ ਜਦੋਂ ਉੱਥੋਂ ਦੀ ਰੋਸ਼ਨੀ ਲੰਘਦੀ ਹੈ ਸੂਰਜ ਦੀ ਜਾਂ ਫਿਰ ਹੋਰ ਤਾਰਿਆਂ ਦੀ, ਤਾਂ ਇਸ ਦੀ ਵਜ੍ਹਾ ਕਰਕੇ ਸਾਨੂੰ ਤਾਰੇ ਨੇ ਜਿਹੜੇ ਟਿਮਟਿਮਾਉਂਦੇ ਹੋਏ ਨਜ਼ਰ ਆਉਂਦੇ ਨੇ। ਠੀਕ ਹੈ, ਕਿਉਂਕਿ ਲੇਅਰਸ ਆਫ ਦਾ ਅਰਥ ਜਿਹਦੇ ਵਿੱਚ ਬਹੁਤ ਤਰ੍ਹਾਂ ਦੀ ਏਅਰ ਹੈ, ਠੀਕ ਹੈ, ਡਸਟ ਹੈ, ਉਹਦੀ ਵਜ੍ਹਾ ਦੇ ਕਰਕੇ ਲਾਈਟ ਦੇ ਵਿੱਚ ਕੀ ਹੁੰਦਾ ਹੈ, ਇੱਕ ਰੁਕਾਵਟ ਪੈਦਾ ਹੁੰਦੀ ਹੈ, ਜਿਸ ਦੇ ਕਰਕੇ ਕੀ ਹੁੰਦਾ ਹੈ, ਸਾਨੂੰ ਬਾਕੀ ਤਾਰਿਆਂ ਦੀ ਜਿਹੜੀ ਰੋਸ਼ਨੀ ਹੈ ਰਾਤ ਵੇਲੇ ਉਹ ਸਾਨੂੰ ਟਿਮਟਿਮਾਉਂਦੇ ਹੋਏ ਨਜ਼ਰ ਆਉਂਦੇ ਨੇ। ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹੁੰਦਾ, ਗ੍ਰਹਿਾਂ ਦੇ ਵਿੱਚ ਅਤੇ ਸਟਾਰਸ ਦੇ ਵਿੱਚ, ਪਲੈਨਟਸ ਐਂਡ ਦਾ ਸਟਾਰਸ, ਕੀ ਅੰਤਰ ਹੈ, ਇੱਕ ਹੋਰ ਵੀ ਅੰਤਰ ਹੈ ਇਹਨਾਂ ਦੇ ਵਿੱਚ। ਜਿਹੜੇ ਸਟਾਰਸ ਨੇ ਉਹ ਸਾਨੂੰ ਟਿਮਟਿਮਾਉਂਦੇ ਹੋਏ ਨਜ਼ਰ ਆਉਂਦੇ ਨੇ, ਪਰ ਜਿਹੜੇ ਗ੍ਰਹਿ ਨੇ, ਪਲੈਨਟਸ ਨੇ, ਉਹ ਸਾਨੂੰ ਟਿਮਟਿਮਾਉਂਦੇ ਹੋਏ ਨਜ਼ਰ ਨਹੀਂ ਆਉਣਗੇ। ਧਿਆਨ ਦੇ ਨਾਲ ਦੇਖ ਲਿਓ ਇਹ ਗੱਲ। ਓਕੇ, ਫਿਰ ਅੱਗੇ ਦੇਖੋ ਵੀ ਕਹਿੰਦਾ ਦੇਅਰ ਡਿਸਟੈਂਸ ਕੈਨੋਟ ਬੀ ਰੀਪ੍ਰਜੈਂਟਡ ਇਨ ਟਰਮਸ ਆਫ ਕਿਲੋਮੀਟਰਸ। ਤਾਂ ਸਟਾਰ ਸਾਡੇ ਤੋਂ ਜ਼ਿਆਦਾ ਇੰਨੇ ਜ਼ਿਆਦਾ ਦੂਰ ਨੇ ਵੀ ਉਹਨਾਂ ਨੂੰ ਆਪਾਂ ਉਹਨਾਂ ਦੀ ਦੂਰੀ ਹੈ ਜਿਹੜੀ ਕਿਲੋਮੀਟਰਸ ਦੇ ਵਿੱਚ ਨਹੀਂ ਮਾਪ ਸਕਦੇ। ਠੀਕ ਹੈ, ਕਿਉਂਕਿ ਡਿਸਟੈਂਸ ਬਹੁਤ ਜ਼ਿਆਦਾ ਗਈ, ਬਹੁਤ ਜ਼ਿਆਦਾ ਦੂਰੀ 'ਤੇ ਨੇ, ਅਤੇ ਉਹ ਇਸ ਦੂਰੀ ਨੂੰ ਆਪਾਂ ਕੀ ਹੈ, ਕਿਲੋਮੀਟਰਸ ਦੇ ਵਿੱਚ ਨਹੀਂ ਮਾਪ ਸਕਦੇ। ਫਿਰ ਦੇਅਰ ਫੋਰ ਲਾਈਟ ਈਅਰਸ ਆਰ ਯੂਜ਼ ਟੂ ਟੈਲ ਦੇਅਰ ਡਿਸਟੈਂਸ। ਤਾਂ ਉਹਨਾਂ ਨੂੰ ਉਹਨਾਂ ਦੀ ਡਿਸਟੈਂਸ ਨੂੰ ਦੱਸਣ ਦੇ ਵਾਸਤੇ ਇੱਕ ਆਪਾਂ ਟਰਮ ਨੂੰ ਯੂਜ਼ ਕਰਦੇ ਹਾਂ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ, ਲਾਈਟ ਈਅਰ ਕਹਿੰਦੇ ਹਾਂ। ਓਕੇ, ਤਾਂ ਸਾਰੇ ਬੱਚਿਆਂ ਨੇ ਲਾਈਟ ਈਅਰ ਬਾਰੇ ਧਿਆਨ ਨਾਲ ਸਮਝਣਾ ਵੀ ਕੀ ਹੁੰਦਾ ਲਾਈਟ ਈਅਰ। ਤਾਂ ਇਸ ਲੈਸਨ ਦੇ ਵਿੱਚ ਆਪਾਂ ਲਾਈਟ ਈਅਰ ਹੀ ਕਰਾਂਗੇ ਸਿਰਫ, ਅੱਗੇ ਨੈਕਸਟ ਪਾਰਟ ਦੇ ਵਿੱਚ ਆਪਾਂ ਅੱਗੇ ਲੈਸਨ ਕਰਾਂਗੇ। ਤਾਂ ਲਾਸਟ ਇਹ ਇਸ ਦੇ ਵਿੱਚ ਪੁਆਇੰਟ ਹੋਊਗਾ ਇਸ ਪਾਰਟ ਦੇ ਵਿੱਚ। ਲਾਈਟ ਈਅਰ ਕੀ ਹੈ, ਲਾਈਟ ਟਰੈਵਲਸ 3 ਲੱਖ ਕਿਲੋਮੀਟਰ ਇਨ 1 ਸੈਕਿੰਡ। ਤਾਂ ਜਿਹੜੀ ਲਾਈਟ ਹੈ, ਰੋਸ਼ਨੀ ਹੈ ਜਿਹੜੀ, ਉਹ ਕੀ ਕਰਦੀ ਹੈ, ਪ੍ਰਕਾਸ਼ ਇੰਨਾ ਜ਼ਿਆਦਾ ਤੇਜ਼ ਹੈਗਾ ਵੀ ਕੀ ਕਰਦਾ, ਉਹ 1 ਸੈਕਿੰਡ ਦੇ ਵਿੱਚ 3 ਲੱਖ ਕਿਲੋਮੀਟਰ ਦੀ ਦੂਰੀ ਪ੍ਰਾਪਤ ਕਰਦਾ। 1 ਸੈਕਿੰਡ ਦੇ ਵਿੱਚ 3 ਲੱਖ ਕਿਲੋਮੀਟਰ ਟਰੈਵਲ ਕਰਦਾ ਆਕਾਸ਼। ਦ ਡਿਸਟੈਂਸ ਟਰੈਵਲਡ ਇਨ ਏ ਈਅਰ ਬਾਈ ਏ ਰੇ ਆਫ ਲਾਈਟ ਔਰ ਔਨ ਸਪੀਡ ਆਫ ਏ ਰੇ ਇਜ਼ ਕਾਲਡ ਲਾਈਟ ਈਅਰ। ਤਾਂ ਇਹਨਾਂ ਨੇ ਕੀ ਲਿਖਿਆ ਹੈਗਾ, ਰੋਸ਼ਨੀ ਦੀ ਇੱਕ ਕਿਰਨ 1 ਸਾਲ ਦੇ ਵਿੱਚ ਕਿੰਨੀ ਦੂਰੀ ਹਾਸਲ ਕਰਦੀ ਹੈ ਜਾਂ ਕਿੰਨੀ ਦੂਰ ਜਾਂਦੀ ਹੈ 1 ਸਾਲ ਦੇ ਵਿੱਚ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਲਾਈਟ ਈਅਰ ਕਹਿੰਦੇ ਹਾਂ। ਸਿੰਪਲ ਜੀ ਲੈਂਗੁਏਜ ਦੇ ਵਿੱਚ ਜੇਕਰ ਤੁਹਾਨੂੰ ਦੱਸਾਂ ਮੈਂ ਕੀ ਹੈ ਲਾਈਟ ਈਅਰ, ਵੀ ਪ੍ਰਕਾਸ਼ ਦੀ ਇੱਕ ਕਿਰਨ 1 ਸਾਲ ਦੇ ਵਿੱਚ ਕਿੱਥੋਂ ਤੱਕ ਪਹੁੰਚਦੀ ਹੈ, ਕਿੰਨੀ ਦੂਰੀ ਪ੍ਰਾਪਤ ਕਰਦੀ ਹੈ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਲਾਈਟ ਈਅਰ ਕਹਿੰਦੇ ਹਾਂ।
ਤੇ ਜਿਹੜੇ ਸਟਾਰਸ ਦੀ ਆਪਾਂ ਦੂਰੀ ਮਾਪਦੇ ਆ ਆਪਣੀ ਪ੍ਰਿਥਵੀ ਤੋਂ, ਕਿਉਂਕਿ ਬਹੁਤ ਜ਼ਿਆਦਾ ਦੂਰੀ ਤੇ ਨੇ, ਉਹ ਆਪਾਂ ਕਿਸ ਦੇ ਵਿੱਚ ਮਾਪਦੇ ਆ, ਲਾਈਟ ਈਅਰਸ ਦੇ ਵਿੱਚ ਮਾਪਦੇ ਆ। ਕਲੀਅਰ। ਤਾਂ ਅੱਜ ਦੀ ਆਪਾਂ ਵੀਡੀਓ ਇੱਥੇ ਸਟਾਪ ਕਰਦੇ ਹਾਂ, ਜ਼ਿਆਦਾ ਵੱਡੀ ਵੀਡੀਓ ਨਾ ਬਣ ਜੇ। ਅਗਲੇ ਪਾਰਟ ਦੇ ਵਿੱਚ ਆਪਾਂ ਲੈਸਨ ਦਾ ਅਗਲਾ ਪਾਰਟ ਹੈ ਜਿਹੜਾ ਉਹ ਹਵਾ ਕਵਰ ਕਰਾਂਗੇ। ਠੀਕ ਹੈ ਬੇਟਾ। ਵੀਡੀਓ ਪਸੰਦ ਆਈ ਹੋਵੇ ਤਾਂ ਤੁਸੀਂ ਸਾਰੇ ਬੱਚੇ ਲਾਈਕ ਕਰੋ ਇਸ ਨੂੰ, ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਨੂੰ ਸ਼ੇਅਰ ਕਰੋ ਤਾਂ ਕਿ ਸਾਰੇ ਬੱਚੇ ਇਸ ਦਾ ਫਾਇਦਾ ਲੈ ਸਕਣ। ਓਕੇ ਜੀ, ਥੈਂਕ ਯੂ।